तेरे कवन कवन गुण कह कह गावां, तू साहिब गुणी निधाना। तुमरी महिमा वरन न साकूं, तू ठाकुर ऊच भगवाना। तुमरी महिमा वरन न साकूं, तू ठाकुर ऊच भगवाना। जगत गुरु धन 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਜਪਜੀ ਸਾਹਿਬ ਦੀ ਪਾਵਨ ਬਾਣੀ ਦੀ ਵਿਚਾਰ ਨਾਲ ਅਸੀਂ ਸਾਂਝ ਪਾ ਰਹੇ ਹਾਂ। ਅੱਜ 24ਵੀਂ ਪੌੜੀ ਤੋਂ ਆਰੰਭਤਾ ਹੋਣ ਜਾ ਰਹੀ ਹੈ। ਪਾਵਨ ਵਿਚਾਰਾਂ ਨਾਲ ਸਾਂਝ ਪਾਉਣ ਤੋਂ ਪਹਿਲਾਂ ਬਹੁਤ ਹੀ ਪਿਆਰ ਸਹਿਤ ਰਸ ਭਿੰਨੀ ਆਵਾਜ਼ ਵਿੱਚ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਜੀ ਨੇ ਮਨੁੱਖ ਨੂੰ ਸਚਿਆਰ ਹੋਣ ਦੀ ਪ੍ਰੇਰਨਾ ਦਿੱਤੀ ਹੈ। ਇਸ ਜਗਤ ਵਿੱਚ ਹਰ ਮਨੁੱਖ ਮਾਤਰ ਦੇ ਅੰਦਰ ਸੰਭਾਵਨਾ ਹੈ ਕਿ ਉਹ ਆਪਣੀ ਜ਼ਿੰਦਗੀ ਵਿੱਚੋਂ ਰੱਬੀ ਗੁਣਾਂ ਨੂੰ ਪੈਦਾ ਕਰ ਸਕਦਾ ਹੈ, ਰੱਬੀ ਗੁਣਾਂ ਨੂੰ ਪ੍ਰਗਟ ਕਰ ਸਕਦਾ ਹੈ, ਸੱਚਾਈ ਨੂੰ, ਪ੍ਰੇਮ ਨੂੰ, ਦਇਆ ਨੂੰ ਪ੍ਰਗਟ ਕਰਕੇ ਸਚਿਆਰ ਬਣ ਕੇ ਜੀ ਸਕਦਾ ਹੈ। ਉਹਦੇ ਲਈ ਉਹਨੂੰ ਰੱਬੀ ਨਿਯਮਾਂ ਦੇ ਵਿੱਚ, ਰੱਬੀ ਗੁਣਾਂ ਦੇ ਵਿੱਚ ਆਉਣਾ ਪੈਣਾ ਹੈ। ਜਦੋਂ ਕੋਈ ਮਨੁੱਖ ਰੱਬੀ ਗੁਣਾਂ ਨੂੰ ਜੀਵਨ 'ਚੋਂ ਪ੍ਰਗਟ ਕਰਕੇ, ਉਹਨਾਂ ਗੁਣਾਂ ਨੂੰ ਧਾਰਨ ਕਰਕੇ ਜਿਉਂਦਾ ਹੈ, ਉਹ ਜੀਵਨ ਵਿੱਚ ਸਚਿਆਰ ਹੋ ਕੇ ਨਿਬੜਦਾ ਹੈ, ਰੱਬ ਦਾ ਰੂਪ ਹੋ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਅੱਜ ਸਾਡੇ ਜੀਵਾਂ 'ਤੇ ਮਿਹਰਮਤ ਕਰ ਰਹੇ ਹਨ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਪ੍ਰਭੂ ਦੀਆਂ ਸਿਫਤਾਂ ਦਾ ਅੰਤ ਨਹੀਂ। ਜਿੰਨੀਆਂ ਵੀ ਸਿਫਤਾਂ ਕਰੀ ਜਾਓ, ਕਿਹੜੇ ਕਿਹੜੇ ਗੁਣ ਪ੍ਰਭੂ ਦੇ ਗਾਓਗੇ, ਉਹਦਾ ਅੰਤ ਨਹੀਂ ਪਏਗਾ। ਔਰ ਇਹ ਗੁਣ ਸਾਡੇ 'ਚ ਆ ਜਾਏ, ਅਸੀਂ ਸਿਫਤ ਕਰ ਸਕੀਏ। ਕਿਸੇ ਨੂੰ ਬੁਰਾ ਕਹਿਣਾ ਆਸਾਨ ਹੈ, ਸਿਫਤ ਕਰਨ ਵਾਸਤੇ ਬੜਾ ਜਿਗਰਾ ਚਾਹੀਦਾ ਹੈ। ਆਪਣਾ ਹੰਕਾਰ ਛੱਡਣਾ ਪੈਂਦਾ ਹੈ, ਤਾਂ ਹੀ ਅਸੀਂ ਕਿਸੇ ਦੀ ਸਿਫਤ ਕਰ ਸਕਦੇ ਹਾਂ। ਪ੍ਰਭੂ ਦੀ ਸਿਫਤ ਕਰਦਿਆਂ ਗੁਣ ਸਾਡੀ ਜ਼ਿੰਦਗੀ 'ਚ ਆ ਜਾਏ, ਅਸੀਂ ਕਿਸੇ ਸ਼ੁਭ ਗੁਣ ਦੀ ਸਿਫਤ ਕਰ ਸਕੀਏ। ਔਰ ਸਿਫਤਾਂ ਨਾਲ ਅੰਤ ਨਹੀਂ ਪਏਗਾ। ਜਿੰਨਾ ਅਸੀਂ ਮਿੱਠਾ ਬੋਲਾਂਗੇ, ਉਨਾ ਹੋਰ ਮਿਠਾਸ ਸਾਡੀ ਜ਼ਿੰਦਗੀ 'ਚ ਆਏਗੀ। ਜਿੰਨਾ ਅੱਜ ਮਿੱਠਾ ਬੋਲ ਰਹੇ ਹੋ, ਕੱਲ੍ਹ ਨੂੰ ਇਸ ਮਿਠਾਸ ਨੂੰ ਹੋਰ ਵਧਾਓ, ਪਰਸੋਂ ਹੋਰ ਜ਼ਿਆਦਾ ਮਿੱਠਾ ਬੋਲੋ। ਜਿੰਨਾ ਪ੍ਰੇਮ ਨਾਲ ਅੱਜ ਗੱਲ ਕਰ ਰਹੇ ਹਾਂ, ਅਗਲੇ ਦਿਨ ਹੋਰ ਪ੍ਰੇਮ ਵਧਾਓ, ਹੋਰ ਪ੍ਰੇਮ ਵਧਾਓ। ਅੰਤ ਨਹੀਂ ਪਏਗਾ। ਤੁਹਾਡੀ ਮਿਠਾਸ, ਤੁਹਾਡਾ ਪ੍ਰੇਮ, ਤੁਹਾਡੀ ਦਇਆ, ਤੁਹਾਡੀ ਨਿਮਰਤਾ, ਤੁਹਾਡੀ ਸੱਚਾਈ ਵੱਧਦੀ ਚਲੀ ਜਾਏਗੀ। ਕਹਿਣ ਨਾ ਅੰਤ, ਜਿੰਨਾ ਮਰਜ਼ੀ ਮਿੱਠਾ ਬੋਲ ਲਓ, ਕਹਿਣ ਨਾਲ ਅੰਤ ਨਹੀਂ ਪਏਗਾ। ਜੇ ਪ੍ਰਭੂ ਦੀਆਂ ਸਿਫਤਾਂ, ਉਹਦੇ ਗੁਣਾਂ ਦਾ ਅੰਤ ਨਹੀਂ ਪਏਗਾ, ਮੈਂ ਵੀ ਜ਼ੁਬਾਨ ਤੋਂ ਸਿਫਤਾਂ ਕਰੀ ਜਾਵਾਂ ਤਾਂ ਵੀ ਅੰਤ ਨਹੀਂ ਪਏਗਾ। ਮੇਰੀ ਜ਼ੁਬਾਨ 'ਚ ਮਿਠਾਸ ਵੱਧਦੀ ਚਲੀ ਜਾਏਗੀ। ਕਹਿਣ ਨਾ ਅੰਤ। ਮੇਰੇ ਕੋਲ ਵੀ ਅਨੰਤ ਸੰਭਾਵਨਾ ਨੇ, ਅਨੰਤ ਸੰਭਾਵਨਾ ਨੇ। ਅਸੀਂ ਅਨੰਤ ਸੰਭਾਵਨਾ ਦੇ ਮਾਲਿਕ ਹਾਂ ਕਿ ਸਾਡਾ ਵੀ ਕਹਿਣ ਦਾ ਅੰਤ ਨਹੀਂ ਹੋਏਗਾ। ਸ਼ੁਰੂਆਤ ਤੇ ਕਰੀਏ, ਮਿੱਠਾ ਬੋਲਣ ਦੀ ਸ਼ੁਰੂਆਤ ਕਰੀਏ, ਗੁਣਾਂ ਨੂੰ ਧਾਰਨ ਕਰਨ ਦੀ ਸ਼ੁਰੂਆਤ ਕਰੀਏ। ਪਹਿਲਾਂ ਗੁਣਾਂ ਦਾ ਤੇ ਅੰਤ ਪਾ ਲਈਏ, ਔਗੁਣਾਂ ਦਾ ਵੀ ਅੰਤ ਪਾ ਲਵਾਂਗੇ, ਬਾਅਦ 'ਚ ਦੇਖ ਲਵਾਂਗੇ। ਪਹਿਲਾਂ ਗੁਣਾਂ ਦਾ ਅੰਤ ਪਾ ਕੇ ਦੇਖ ਲਈਏ। ਪਹਿਲਾਂ ਮਿਠਾਸ, ਪਹਿਲਾਂ ਨਿਮਰਤਾ, ਪਹਿਲਾਂ ਦਇਆ, ਇਹਨਾਂ ਨੂੰ ਆਪਣੇ ਜੀਵਨ 'ਚ ਵਸਾ ਲਈਏ। ਅੰਤ ਨਹੀਂ ਪਏਗਾ। ਅਨੰਤ ਗੁਣ ਨੇ, ਅਨੰਤ ਗੁਣਾਂ ਦੀਆਂ ਅਨੰਤ ਸਿਫਤਾਂ ਵੀ ਕਰੀ ਜਾਵਾਂਗੇ, ਗੁਣਾਂ ਦਾ ਅੰਤ ਨਹੀਂ। ਕਹਿ ਕਹਿ ਕੇ ਵੀ ਰੱਬ ਦੀ ਸਿਫਤ ਦਾ ਅੰਤ ਨਹੀਂ ਹੈ। ਅੰਤ ਨਾ ਕਰਨਾ, ਦੇਣ ਨਾ ਅੰਤ। ਕਰਨਾ ਮੈਨੇ ਕੀਤੇ ਹੋਏ ਸੰਸਾਰ ਦਾ, ਪ੍ਰਭੂ ਦਾ ਜਿਹੜਾ ਸੰਸਾਰ ਕਰਨਾ ਹੈ, ਇਹਦਾ ਵੀ ਅੰਤ ਨਹੀਂ ਹੈ। ਇਸ ਧਰਤੀ 'ਤੇ ਪਸ਼ੂ, ਪੰਛੀ, ਬਨਸਪਤੀ ਕਿੰਨਾ ਕੁ ਅੰਤ ਪਾਉਂਗੇ। ਇਸ ਸਮੁੰਦਰ ਦੇ ਵਿੱਚ ਅਨੇਕਾਂ ਮੱਛੀਆਂ, ਪੇੜ ਪੌਦੇ, ਅਨੇਕਾਂ ਇਹਦੇ ਵਿੱਚ ਹੋਰ ਹੀਰੇ ਜਵਾਹਰਾਤ ਖਜ਼ਾਨੇ ਹਨ। ਧਰਤੀ ਦੇ ਅੰਦਰ ਤੇਲ ਹੈ, ਸੋਨਾ ਹੈ, ਕੋਲਾ ਹੈ, ਅਬਰਕ ਹੈ, ਪੈਟਰੋਲੀਅਮ ਹੈ, ਕਿੰਨੇ ਖਣਿਜ ਪਦਾਰਥ ਨੇ, ਕਿੰਨਾ ਕੁ ਧਰਤੀ ਤੋਂ ਅਨਾਜ ਨਿਕਲ ਰਿਹਾ ਹੈ। ਕੌਣ ਅੰਤ ਪਾਏਗਾ? ਕੇਵਲ ਇੱਕ ਧਰਤੀ ਨਹੀਂ, ਇਹੋ ਜਿਹੀਆਂ ਕਰੋੜਾਂ ਅਰਬਾਂ ਖਰਬਾਂ ਧਰਤੀਆਂ, ਸੂਰਜ, ਤਾਰੇ। ਅੰਤ ਨਾ ਕਰਨੇ, ਪ੍ਰਭੂ ਦੇ ਪਸਾਰੇ ਦਾ ਅੰਤ ਨਹੀਂ ਹੈ। ਦੇਣ ਨਾ ਅੰਤ, ਪ੍ਰਭੂ ਦੇ ਦੇਣ ਦਾ ਵੀ ਅੰਤ ਨਹੀਂ। ਉਹ ਦੇਈ ਜਾ ਰਿਹਾ ਹੈ, ਕਿੰਨਿਆਂ ਰੂਪਾਂ 'ਚ ਦੇ ਰਿਹਾ ਹੈ, ਕਿੰਨਿਆਂ ਤਰੀਕਿਆਂ ਨਾਲ ਦੇ ਰਿਹਾ ਹੈ। ਹਰ ਜੀਵ ਨੂੰ ਉਹਦੀ ਖੁਰਾਕ ਦੇ ਰਿਹਾ ਹੈ। ਜਿਉਣ ਵਾਸਤੇ ਹਵਾ, ਅੱਗ, ਪਾਣੀ, ਧਰਤੀ, ਸੂਰਜ, ਹਰ ਚੀਜ਼ ਉਹ ਦੇ ਰਿਹਾ ਹੈ। ਇਸੇ ਤਰ੍ਹਾਂ ਹੀ ਸਾਡੇ ਅੰਦਰ ਵੀ ਸੰਭਾਵਨਾ ਹੈ। ਜਿਸ ਦਿਨ ਉਸ ਪ੍ਰਭੂ ਦੇ ਅੰਸ਼ ਅਸੀਂ ਬਣ ਜਾਵਾਂਗੇ, ਉਸ ਰੱਬ ਵਰਗੇ ਹੋ ਜਾਵਾਂਗੇ, ਸਾਡਾ ਵੀ ਦੇਣ ਦਾ ਅੰਤ ਨਹੀਂ ਰਹੇਗਾ, ਸਾਡਾ ਵੀ ਕਰਨੇ ਦਾ ਅੰਤ ਨਹੀਂ ਰਹੇਗਾ। ਅਸੀਂ ਵੀ ਕੁਝ ਕਰਾਂਗੇ, ਸਮਾਜ ਲਈ ਕੁਝ ਕਰਕੇ ਜਾਵਾਂਗੇ।
ਤੇ ਸਮਾਜ ਲਈ ਕਰਦਿਆਂ ਅਸੀਂ ਥੱਕਾਂਗੇ ਨਹੀਂ, ਅੰਤ ਨਹੀਂ ਪਏਗਾ, ਹੋਰ ਜ਼ਿਆਦਾ ਅਸੀਂ ਵਿਕਾਸ ਕਰਾਂਗੇ। ਅੱਖਾਂ ਦਾ ਡਾਕਟਰ ਇੱਕ ਐਸਾ ਪ੍ਰਸਿੱਧ ਹੋਇਆ, ਸਵੇਰ ਤੋਂ ਸ਼ਾਮ ਤੱਕ ਲੋਕਾਂ ਦੇ ਅੱਖਾਂ ਦੇ ਆਪਰੇਸ਼ਨ ਕਰਦਾ ਹੈ, ਕਿੰਨਿਆਂ ਨੂੰ ਜੋਤ ਦਿੰਦਾ ਹੈ। ਕਿਸੇ ਨੇ ਪੁੱਛ ਲਿਆ, ਡਾਕਟਰ ਸਾਹਿਬ ਤੁਸੀਂ ਥੱਕਦੇ ਨਹੀਂ ਹੋ? 12-12 ਘੰਟੇ ਲਗਾਤਾਰ ਸਰਜਰੀ ਕਰਦੇ ਹੋ, ਥੱਕਦੇ ਨਹੀਂ ਹੋ? ਉਹ ਡਾਕਟਰ ਆਖਦਾ ਹੈ ਕਿ ਜਦੋਂ ਮੇਰੇ ਮਨ ਵਿੱਚ ਇਹ ਵਿਚਾਰ ਆ ਜਾਂਦਾ ਹੈ ਕਿ ਮੇਰੇ 5 ਮਿੰਟ ਦੇ ਨਾਲ ਕਿਸੇ ਦੀ ਜ਼ਿੰਦਗੀ ਵਿੱਚ ਬੁਝੀ ਹੋਈ ਰੋਸ਼ਨੀ ਵਾਪਸ ਆ ਸਕਦੀ ਹੈ, ਤੇ ਉਹ ਵਿਚਾਰ ਮੈਨੂੰ ਹੋਰ ਉਤਸ਼ਾਹ ਦੇ ਦਿੰਦਾ ਹੈ, ਹੋਰ એનર્ਜੀ ਦੇ ਦਿੰਦਾ ਹੈ, ਹੋਰ ਤਾਕਤ ਦੇ ਦਿੰਦਾ ਹੈ ਕਿ ਮੇਰੇ 5 ਮਿੰਟ ਦੇ ਨਾਲ ਕਿਸੇ ਦੀ ਜ਼ਿੰਦਗੀ ਦੀ ਬੁਝੀ ਹੋਈ ਰੋਸ਼ਨੀ ਵਾਪਸ ਆ ਸਕਦੀ ਹੈ, ਤੇ ਉਹ ਜ਼ਿਆਦਾ ਕੀਮਤੀ ਹੈ। ਇੱਕ ਮਾਤਾ ਸਾਹਮਣੇ ਆਈ, ਕਹਿੰਦੀ ਡਾਕਟਰ ਮੇਰੀਆਂ ਅੱਖਾਂ ਨਹੀਂ ਸਨ, ਤੂੰ ਠੀਕ ਕੀਤੀਆਂ, ਮੇਰੀ ਇੱਛਾ ਸੀ ਮੈਂ ਕਦੀ ਰੱਬ ਨੂੰ ਦੇਖਾਂ, ਅੱਜ ਤੈਨੂੰ ਮਿਲ ਕੇ ਮੇਰੀ ਇੱਛਾ ਪੂਰੀ ਹੋ ਗਈ। ਰੱਬ ਹੋਏਗਾ ਤੇ ਤੇਰੇ ਵਰਗਾ ਹੋਏਗਾ। ਕਰਕੇ ਦੇਖੋ, ਕਰਨ ਦਾ ਅੰਤ ਨਹੀਂ ਹੋਏਗਾ। ਕੁਝ ਸਮਾਜ ਦਾ ਕਰਕੇ ਦੇਖੋ, ਔਰ ਸਾਰੀ ਜ਼ਿੰਦਗੀ ਵੀ ਕਰਦੇ ਜਾਓਗੇ, ਸਮਾਜ ਦਾ ਅੰਤ ਨਹੀਂ ਪਏਗਾ ਕਰਨ ਦਾ। ਹੋਰ ਜ਼ਿਆਦਾ ਸੰਭਾਵਨਾ ਵਧਣਗੀਆਂ, ਹੋਰ ਜ਼ਿਆਦਾ ਕਰੋਗੇ। ਦੇਣ ਨਾ ਅੰਤ, ਤੁਸੀਂ ਰੱਬ ਵਾਂਗੂ ਦੇ ਕੇ ਦੇਖੋ ਤੇ ਸਹੀ। ਕਿਸੇ ਗਰੀਬ ਲੋੜਵੰਦ ਦੀ ਮਦਦ ਕਰਕੇ ਦੇਖੋ। ਅੱਜ ਜਿੰਨਾ ਦਿਓਗੇ, ਕੱਲ ਉਸ ਤੋਂ ਜ਼ਿਆਦਾ, ਹੋਰ ਜ਼ਿਆਦਾ ਖੁਸ਼ੀ, ਹੋਰ ਜ਼ਿਆਦਾ ਆਨੰਦ। ਕੋਈ ਮਨੁੱਖ ਕਹੇ ਮੇਰੇ ਕੋਲ ਜੀ ਪੈਸਾ ਨਹੀਂ ਦੇਣ ਵਾਸਤੇ, ਦੇਣ ਨਾ ਅੰਤ, ਦੇਣ ਵਿੱਚ ਅੰਤ ਨਹੀਂ ਹੈ। ਪੈਸਾ ਨਹੀਂ ਦੇ ਸਕਦੇ, ਕਿਸੇ ਨੂੰ ਮੁਸਕਰਾਹਟ ਦੇ ਦਿਓ, ਕਿਸੇ ਨੂੰ ਮਿੱਠੇ ਬੋਲ ਦੇ ਦਿਓ, ਕਿਸੇ ਦੀ ਹੱਥੀਂ ਸੇਵਾ ਕਰ ਲਓ, ਕੁਛ ਤਾਂ ਦਿਓ। ਜੇ ਪ੍ਰਭੂ ਵਰਗੇ ਹੋਣੇ, ਪ੍ਰਭੂ ਦਿੰਦਿਆਂ ਥੱਕਦਾ ਨਹੀਂ, ਉਹਦੇ ਦੇਣ ਦਾ ਅੰਤ ਨਹੀਂ। ਅਸੀਂ ਚਾਹੀਏ ਅਸੀਂ ਵੀ ਸਮਾਜ ਨੂੰ ਬਹੁਤ ਕੁਝ ਦੇ ਸਕਦੇ ਹਾਂ, ਕਿਉਂਕਿ ਉਸੇ ਰੱਬ ਦਾ ਹੀ ਰੂਪ ਹਾਂ ਅਸੀਂ, ਉਸੇ ਦੇ ਗੁਣ ਸਾਡੇ ਵਿੱਚ ਨੇ। ਅੰਤ ਨਾ ਵੇਖਣ ਸੁਣਨ ਨਾ ਅੰਤ। ਪ੍ਰਭੂ ਦੇ ਵੇਖਣ ਦਾ ਵੀ ਅੰਤ ਨਹੀਂ, ਸੁਣਨ ਦਾ ਵੀ ਅੰਤ ਨਹੀਂ। ਵੇਖਣ ਦਾ ਕੀ ਅੰਤ ਹੋ ਸਕਦਾ ਹੈ? ਕੁੱਲ ਕਾਇਨਾਤ ਨੂੰ ਆਪਣੀਆਂ ਨਜ਼ਰਾਂ ਥੱਲੋਂ ਲੰਘਾ ਰਿਹਾ ਹੈ। ਚਿੱਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ, ਹਰ ਇੱਕ ਚੀਜ਼ ਨੂੰ ਦੇਖ ਰਿਹਾ ਹੈ। ਅਸੀਂ ਤੇ ਭਾਵੇਂ ਆਪਣੇ ਕਮਰੇ ਦੀਆਂ ਸਾਰੀਆਂ ਚੀਜ਼ਾਂ ਨਹੀਂ ਦੇਖ ਸਕਦੇ। ਮੇਰੇ ਕਮਰੇ 'ਚ ਕਿੰਨੇ ਭਾਂਡੇ ਨੇ, ਕਿੰਨੇ ਕੱਪੜੇ ਨੇ, ਕਿੰਨੇ ਰੰਗ ਨੇ, ਮੈਨੂੰ ਤੇ ਕਈ ਵਾਰੀ ਆਪਣੀ ਕਮੀਜ਼ ਦੇ ਬਟਨਾਂ ਦਾ ਨਹੀਂ ਪਤਾ ਹੁੰਦਾ ਕਿੰਨੇ ਨੇ। ਪਰ ਉਸ ਪ੍ਰਭੂ ਨੂੰ ਪਤਾ ਆਪਣੇ ਸਾਰੇ ਸੰਸਾਰ ਦਾ। ਉਹ ਵੇਖਦਾ ਹੈ ਕਿਸ ਧਰਤੀ 'ਤੇ ਕਿੰਨੇ ਰੁੱਖ ਨੇ, ਕਿੰਨੇ ਦਰਿਆ ਨੇ, ਕਿੰਨੀਆਂ ਨਦੀਆਂ ਨੇ, ਕਿੰਨੇ ਪਹਾੜ ਨੇ, ਕਿੰਨੇ ਇਨਸਾਨ ਨੇ, ਕਿੰਨੇ ਪਸ਼ੂ ਨੇ। ਪੁਰਖਾਂ ਬਿਰਖਾਂ, ਤੀਰਥਾਂ ਤੱਟਾਂ, ਮੇਘਾਂ ਖੇਤਾਂ, ਦੀਪਾਂ ਲੋਆਂ ਮੰਡਲਾਂ, ਖੰਡਾਂ ਵਰਪੰਡਾਂ, ਅੰਡਜ ਜੇਜ ਉਤਪਜਾਂ, ਖਾਣੀ ਸਿਹਤ ਜਾਂ ਸੋ ਮਿਤ ਜਾਣੇ ਨਾਨਕਾ, ਸਰਾਂ ਮੇਰਾ ਜਨਤਾ। ਹਰ ਚੀਜ਼ ਉਹਦੀ ਨਜ਼ਰ ਦੇ ਥੱਲੇ ਹੈ। ਵੇਖਣ ਦਾ ਅੰਤ ਨਹੀਂ। ਅਸੀਂ ਵੀ ਵੇਖੀਏ, ਰੱਬ ਦੇ ਸੰਸਾਰ ਦੇ ਵੇਖਣ ਦਾ ਅੰਤ ਨਹੀਂ। ਕਿੱਡਾ ਖੂਬਸੂਰਤ ਸੰਸਾਰ ਹੈ, ਉਹਦੀ ਖੂਬਸੂਰਤੀ ਮੁੱਕਦੀ ਨਹੀਂ ਦੇਖ ਦੇਖ ਕੇ। ਕਿਤੇ ਬਰਫਾਂ ਲੱਦੇ ਪਹਾੜ ਨੇ, ਕਿਤੇ ਰੰਗ ਬਰੰਗੀਆਂ ਤਿਤਲੀਆਂ ਉੱਡਦੀਆਂ ਨੇ, ਕਿਤੇ ਸੋਹਣੇ ਪੰਛੀ ਗੀਤ ਗਾ ਰਹੇ ਨੇ, ਕਿਤੇ ਨਦੀਆਂ ਦਾ ਕਲ-ਕਲ ਵਹਿੰਦਾ ਨਾਦ ਹੈ, ਕਿਤੇ ਸੋਹਣੀ ਸੀਨਰੀ ਹੈ, ਕਿਤੇ ਉਗਦਾ ਹੋਇਆ ਸੂਰਜ, ਉਹਦੀ ਖੂਬਸੂਰਤੀ, ਡੁੱਬਦੇ ਸੂਰਜ ਦਾ ਆਪਣਾ ਇੱਕ ਰੂਪ ਹੈ। ਹਰ ਚੀਜ਼ ਦੀ ਖੂਬਸੂਰਤੀ ਹੈ, ਪਸ਼ੂ ਪੰਛੀ ਇਨਸਾਨ। ਜਿੰਨਾ ਮਰਜ਼ੀ ਕੁਦਰਤ ਨੂੰ ਵੇਖਦੇ ਜਾਓ, ਅੰਤਾਂ ਦੀ ਖੂਬਸੂਰਤੀ ਮੁੱਕਣ 'ਚ ਨਹੀਂ ਆਉਂਦੀ। ਅੰਤ ਨਾ ਵੇਖਣ ਸੁਣਨ ਨਾ ਅੰਤ। ਸੰਗੀਤ ਸੁਣੀ ਜਾਓ, ਇੱਕ ਤੋਂ ਇੱਕ ਕਲਾਸੀਕਲ ਰਾਗ ਸੁਣੀ ਜਾਓ, ਕਿਸੇ ਸਾਜ਼ ਨੂੰ ਸੁਣੀ ਜਾਓ, ਤਾਲ ਨੂੰ ਸੁਣੀ ਜਾਓ, ਅੰਤ ਹੀ ਨਹੀਂ ਪੈਂਦਾ। ਮਿੱਠੇ ਗੀਤ ਸੁਣੀ ਜਾਓ, ਪੰਛੀਆਂ ਦੀ ਆਵਾਜ਼, ਪਸ਼ੂਆਂ ਦੀ ਆਵਾਜ਼, ਹਵਾ ਦੀ ਆਵਾਜ਼, ਸੁਣਨ ਦਾ ਅੰਤ ਨਹੀਂ। ਅਸੀਂ ਸੁਣ ਸਕਦੇ ਹਾਂ, ਪਰ ਚੂਜ਼ ਕਰਨਾ ਪਏਗਾ ਵੀ ਕਿਹੜੀ ਚੀਜ਼ ਸੁਣਿਆ ਸਾਡੀ ਜ਼ਿੰਦਗੀ 'ਚ ਆਨੰਦ ਆਉਂਦਾ ਹੈ। ਅਸੀਂ ਸੁਣਦੇ ਹਾਂ ਨਿੰਦਿਆ, ਅਸੀਂ ਸੁਣਦੇ ਹਾਂ ਝੂਠ, ਅਸੀਂ ਸੁਣਦੇ ਹਾਂ ਚੁਗਲੀਆਂ, ਤੇ ਉਹੀ ਸਾਡੇ ਅੰਦਰ ਵਿਕਾਰ ਇਕੱਠੇ ਹੋ ਜਾਂਦੇ ਨੇ। ਜਿਸ ਦਿਨ ਸਾਡੇ ਕੰਨ ਸੱਚ ਸੁਣਨਗੇ, ਸਿਫਤ ਸੁਣਨਗੇ, ਇਹ ਸਰਵਣੋ ਮੇਰੇ ਹੋ ਸਾਚਾ ਸੁਣਨ ਨੂੰ ਪਠਾਏ। ਜਿੱਦਣ ਸੱਚਾ ਸੁਣਾਂਗੇ, ਅਸੀਂ ਸਾਚੇ ਹੋ ਜਾਵਾਂਗੇ। ਸਾਡੀਆਂ ਅੱਖਾਂ ਦੇਖਤੇ ਰਹੀਆਂ ਨੇ, ਦੇਖਣ ਦਾ ਅੰਤ ਨਹੀਂ। ਚਾਹੇ ਇਹਨਾਂ ਅੱਖਾਂ ਦੇ ਨਾਲ ਪਰਾਇਆ ਧਨ, ਪਰਾਇਆ ਰੂਪ ਦੇਖ ਲਓ, ਭਾਵੇਂ ਦੂਜੇ 'ਚੋਂ ਮਾਂ ਭੈਣ ਬੇਟੀ ਦੇਖ ਲਓ, ਚਾਹੇ ਦੂਜੇ ਵਿੱਚੋਂ ਰੱਬ ਦੇਖ ਲਓ। ਜੇ ਅੱਖਾਂ ਰੱਬ ਦੇਖਣਗੀਆਂ, ਰੱਬ ਅੰਦਰ ਵਸ ਜਾਏਗਾ। ਵੇਖਣ ਦਾ ਅੰਤ ਨਹੀਂ। ਅਸੀਂ ਵਰਤੋਂ ਕਿਵੇਂ ਕਰਦੇ ਹਾਂ ਆਪਣੀਆਂ ਅੱਖਾਂ ਦੀ, ਆਪਣੇ ਕੰਨਾਂ ਦੀ, ਅੰਤ ਨਹੀਂ ਹੈ। ਪਰ ਅਸੀਂ ਇਹਨਾਂ ਨੂੰ ਸ਼ੁਭ ਗੁਣਾਂ ਵਿੱਚ, ਪੋਜ਼ਿਟਿਵਿਟੀ ਦੇ ਨਾਲ ਦੇਖ ਕੇ, ਸੁਣ ਕੇ ਆਪਣੇ ਅੰਦਰ ਰੱਬ ਨੂੰ ਪ੍ਰਗਟ ਕਰ ਸਕਦੇ ਹਾਂ। ਅੰਤ ਨਾ ਜਾਪੈ ਕਿਆ ਮਨ ਮੰਤ। ਮੰਤ ਮੈਨੇ ਮੰਤਵ। ਪ੍ਰਭੂ ਦੇ ਮਨ ਵਿੱਚ ਕੀ ਮੰਤਵ ਹੈ, ਕੋਈ ਜਾਣ ਨਹੀਂ ਸਕਦਾ, ਅੰਤ ਨਹੀਂ ਪੈ ਸਕਦਾ। ਪ੍ਰਭੂ ਦਾ ਮੰਤਵ ਕੀ ਹੈ, ਉਹਦੇ ਮਨ 'ਚ ਸਲਾਹ ਕੀ ਹੈ। ਮੰਤਰੀ ਤੋਂ ਮੰਤਰ ਬਣਿਆ, ਮੰਤਰ ਤੋਂ ਮੰਤ। ਮੰਤਰੀ ਮੈਨੇ ਰਾਜੇ ਦਾ ਸਲਾਹਕਾਰ,
ਤੇ ਮੰਤਰੀ ਦਾ ਮੰਤਰ ਮੈਨੇ ਮੰਤਰੀ ਦੀ ਸਲਾਹ, ਤੇ ਮੰਤ ਮੈਨੇ ਸਲਾਹ। ਪ੍ਰਭੂ ਦੇ ਮਨ ਵਿੱਚ ਕੀ ਸਲਾਹ ਕੋਈ ਨਹੀਂ ਜਾਣਦਾ। ਉਹਨੇ ਕੋਈ ਵੀ ਕੰਮ ਕਰਨਾ ਦੂਜੇ ਨੂੰ ਪੁੱਛਣਾ ਥੋੜ੍ਹੇ ਹੈ। ਉਹ ਕਿਸੇ ਜੋਤਸ਼ੀ ਤਾਂਤਰਿਕ ਨੂੰ ਥੋੜ੍ਹੇ ਪੁੱਛੇਗਾ ਕਿ ਤੂੰ ਆਪਣੇ ਇਸ ਗਾਹਕ ਨੂੰ ਕੀ ਕਿਹਾ ਹੋਇਆ ਹੈ, ਵੀ ਕਿੰਨੇ ਦਿਨਾਂ 'ਚ ਤੇਰਾ ਰੋਗ ਠੀਕ ਹੋ ਜਾਏਗਾ ਜਾਂ ਕਿੰਨੇ ਦਿਨਾਂ 'ਚ ਤੇਰਾ ਮੁਕੱਦਮਾ ਜਿੱਤਿਆ ਜਾਏਗਾ। ਪੁੱਛ ਕੇ ਥੋੜ੍ਹੇ ਕਰੇਗਾ ਕਿ ਤੂੰ ਪੈਸੇ ਫੜ ਲਏ ਨੇ 10 ਰੁਪਏ ਦੇ ਕੋਲੋਂ, ਚੱਲ ਹੁਣ ਮੇਰਾ ਰੋਗ ਕੱਟ ਦਿਆਂ। ਬੀਓ ਪੂਛਣਾ ਮਸਲਤਰ ਹੈ, ਜੋ ਕੁਛ ਕਰੇ ਸੋ ਆਪੇ ਕਰੇ। ਉਹ ਕਿਸੇ ਦੂਜੇ ਤੋਂ ਪੁੱਛ ਕੇ ਸਲਾਹ ਲੈਂਦਾ ਹੀ ਨਹੀਂ। ਫਿਰ ਜੋਤਸ਼ੀ ਤਾਂਤਰਿਕ ਸਾਡਾ ਕੀ ਸਵਾਰ ਸਕਦੇ ਨੇ? ਇਹ ਪਖੰਡੀ ਲੋਕ ਸਾਡਾ ਕੀ ਸਵਾਰ ਸਕਦੇ ਨੇ ਕਿ 24 ਘੰਟੇ 'ਚ ਰੋਗ ਦੂਰ, ਮੁਕੱਦਮਾ ਜਿੱਤਿਆ ਜਾਏਗਾ, 24 ਘੰਟੇ ਦੇ ਵਿੱਚ ਕਿਸੇ ਨੂੰ ਵਸ 'ਚ ਕਰ ਲਓਗੇ, 24 ਘੰਟੇ 'ਚ ਅਮੀਰ ਹੋ ਜਾਓਗੇ, ਲੋਟਰੀ ਨਿਕਲ ਆਏਗੀ। ਇਹਨਾਂ ਨੇ ਰੱਬ ਤੋਂ ਪੁੱਛ ਕੇ ਕਿ ਪੈਸੇ ਫੜ ਲਏ 10, 20, 50, 100 ਰੁਪਏ, ਤੇ ਰੱਬ ਨੂੰ ਕਹਿ ਦਿੱਤਾ ਮੇਰੇ ਕੋਲੋਂ 100 ਰੁਪਏ ਲੈ ਰਹੇ ਨੇ, ਹੁਣ ਤੂੰ ਇਹਦਾ ਮੁਕੱਦਮਾ ਜਿੱਤਾ ਦੇ। ਰੱਬ ਸਲਾਹਾਂ ਲੈ ਕੇ ਥੋੜ੍ਹੀ ਕਿਸੇ ਦਾ ਕੰਮ ਕਰਦਾ ਹੈ। ਬੀਓ ਮੈਨੇ ਦੂਜਾ, ਬੀਓ ਪੂਛਣਾ ਮਸਲਤਰ ਹੈ। ਦੂਜੇ ਨੂੰ ਪੁੱਛ ਕੇ ਉਹ ਸਲਾਹ ਫੈਸਲੇ ਨਹੀਂ ਕਰਦਾ। ਜੋ ਕੁਛ ਕਰੇ ਸੋ ਆਪੇ ਕਰੇ, ਆਪ ਕਰਦਾ। ਉਹ ਜੋਤਸ਼ੀਆਂ ਤਾਂਤਰਿਕਾਂ ਤੋਂ ਪੁੱਛਦਾ ਥੋੜ੍ਹੇ ਹੈ। ਅੰਤ ਨਾ ਜਾਪੇ ਕਿਆ ਮਨ ਮੰਤ, ਉਹਦੇ ਮਨ ਵਿੱਚ ਕੀ ਮੰਤਵ, ਕੀ ਸਲਾਹ, ਉਹਨੂੰ ਪਤਾ ਹੀ ਨਹੀਂ ਕਿਸੇ ਨੂੰ। ਔਰ ਉਹਦਾ ਮੰਤਵ ਕੀ ਹੈ, ਮੰਤਵ ਮੈਨੇ ਉਹਦਾ ਉਦੇਸ਼ ਕੀ ਹੈ, ਉਹਦਾ ਗੋਲ ਕੀ ਹੈ। ਉਹ ਅਨੰਤ ਹੈ, ਉਹਦਾ ਮੰਤਵ ਵੀ ਬੜਾ ਵਿਸ਼ਾਲ ਹੈ। ਜਿੱਦਣ ਅਸੀਂ ਉਹਦੇ ਨਾਲ ਜੁੜ ਜਾਵਾਂਗੇ ਸਾਡਾ ਵੀ ਮੰਤਵ ਇੱਕ ਬਣ ਜਾਏਗਾ। ਅਸੀਂ ਵੀ ਇੱਕ ਗੋਲ ਬਣਾ ਲਵਾਂਗੇ ਕਿ ਮੇਰੀ ਜ਼ਿੰਦਗੀ ਦਾ ਗੋਲ ਮੈਂ ਇੱਥੇ ਤੱਕ ਪਹੁੰਚਣਾ ਹੈ। ਧਰਮ ਦੀ ਦੁਨੀਆ ਦੇ ਵਿੱਚ ਮੈਂ ਸੱਚਿਆਰ ਬਣਨਾ ਹੈ, ਇਹ ਮੇਰਾ ਮੰਤਵ ਹੈ। ਆਰਥਿਕ ਦੁਨੀਆ ਦੇ ਵਿੱਚ ਮੈਂ ਇੱਥੇ ਤੱਕ ਪਹੁੰਚ ਕਰਨੀ ਹੈ, ਇੰਨਾ ਵਿਕਾਸ ਕਰਨਾ ਹੈ ਆਪਣੇ ਕਾਰੋਬਾਰ ਦਾ, ਆਪਣੇ ਪਰਿਵਾਰ ਦਾ। ਪਰਿਵਾਰਕ ਰੂਪ ਵਿੱਚ ਮੈਂ ਆਪਣਾ ਇੱਕ ਮੰਤਵ ਬਣਾ ਲਿਆ ਕਿ ਆਪਣੇ ਨਾਨਕੇ ਦਾਦਕੇ, ਆਪਣੇ ਪਰਿਵਾਰ ਵਿੱਚ ਇੱਜ਼ਤ ਮਾਣ ਸਤਿਕਾਰ ਹਾਸਲ ਕਰਨਾ ਹੈ। ਰਾਜਨੀਤਿਕ ਤੌਰ ਤੇ ਮੈਂ ਇੱਕ ਮੰਤਵ, ਇੱਕ ਗੋਲ ਬਣਾ ਸਕਦਾ ਹਾਂ ਕਿ ਮੈਂ ਇਸ ਕੁਰਸੀ, ਇਸ ਅਹੁਦੇ ਤੱਕ ਪਹੁੰਚ ਕੇ ਸਮਾਜ ਦੀ ਸੇਵਾ ਕਰਨੀ ਹੈ। ਰੱਬ ਦਾ ਵੀ ਮੰਤਵ ਹੈ, ਤੁਸੀਂ ਵੀ ਮੰਤਵ ਬਣਾਓ ਜੇ ਉਹਦੀ ਅੰਸ਼ ਹੋ, ਉਹਦੇ ਗੁਣ ਸਾਡੇ 'ਚ ਹੋਣ। ਪ੍ਰਭੂ ਦਾ ਮੰਤਵ ਕੀ ਹੈ? ਉਹਦਾ ਮੰਤਵ ਬੜਾ ਅਸੀਮ ਹੈ। ਉਹਦਾ ਮੰਤਵ ਤੇ ਅਸੀਂ ਦੱਸ ਨਹੀਂ ਸਕਦੇ, ਪਰ ਉਹਦੇ ਨਾਲ ਜੁੜ ਕੇ ਅਸੀਂ ਆਪਣਾ ਮੰਤਵ, ਆਪਣਾ ਇੱਕ ਗੋਲ ਬਣਾ ਸਕਦੇ ਹਾਂ ਕਿ ਮੈਂ ਜ਼ਿੰਦਗੀ 'ਚ ਇਸ ਨਿਸ਼ਾਨੇ ਤੱਕ ਪਹੁੰਚਣਾ ਹੈ, ਤੇ ਉਹਦੇ ਲਈ ਉੱਦਮ ਕਰਨਾ ਪਏਗਾ, ਉਸ ਨਿਸ਼ਾਨੇ ਤੱਕ ਜਾਣਾ ਪਏਗਾ। ਪ੍ਰਭੂ ਦਾ ਮੰਤਵ ਕੀ ਹੈ? ਉਹਦਾ ਮੰਤਵ ਅਸੀਮ, ਅਸੀਂ ਜਾਣ ਨਹੀਂ ਸਕਦੇ। ਅੰਤ ਨਾ ਜਾਪੇ ਕਿਆ ਮਨ ਮੰਤ, ਉਹਦੇ ਮਨ ਵਿੱਚ ਕੀ ਮੰਤਵ ਚੱਲ ਰਿਹਾ, ਕੀ ਗੋਲ, ਕੀ ਨਿਸ਼ਾਨਾ ਹੈ ਉਹਦਾ। ਅੰਤ ਨਾ ਜਾਪੇ ਕੀਤਾ ਆਕਾਰ, ਪ੍ਰਭੂ ਦਾ ਜਿਹੜਾ ਆਕਾਰ ਕੌਣ ਅੰਤ ਜਾਣ ਸਕਦਾ ਹੈ? ਸਾਇੰਟਿਸਟਾਂ ਨੇ ਹਬਲ ਦੂਰਬੀਨ ਦੇ ਰਾਹੀਂ ਅਸਮਾਨ ਨੂੰ ਖੰਗਾਲ ਕੇ ਦੇਖ ਲਿਆ, ਬਿਲੀਅਨ ਟ੍ਰਿਲੀਅਨ ਲਾਈਟ ਈਅਰਸ ਤੱਕ ਦੇਖ ਲਿਆ, ਆਕਾਰ ਦਾ ਅੰਤ ਪੈ ਗਿਆ। ਅੰਤ ਤੇ ਅਜੇ ਵੀ ਨਹੀਂ ਪਾ ਸਕੇ, ਉਹਦਾ ਅੰਤ ਨਹੀਂ। ਜੇ ਪ੍ਰਭੂ ਦਾ ਸੰਸਾਰ ਇੰਨਾ ਅਨੰਤ ਹੈ, ਇਹਦਾ ਮਤਲਬ ਸਾਡੇ ਕੋਲ ਵੀ ਆਪਣੇ ਵਿਕਾਸ ਵਾਸਤੇ ਇੰਨੀਆਂ ਹੀ ਅਨੰਤ ਸੰਭਾਵਨਾ ਨੇ। ਜਿੰਨਾ ਅਨੰਤ ਸੰਸਾਰ, ਅਸੀਂ ਉਨਾ ਹੀ ਆਪਣਾ ਫਲਾਹ ਕਰ ਸਕਦੇ ਹਾਂ, ਅਸੀਂ ਵੀ ਉਨਾ ਵਿਕਾਸ ਕਰ ਸਕਦੇ ਹਾਂ। ਵਿਕਾਸ ਕਰਦਿਆਂ ਕੋਈ ਦੀਵਾਰਾਂ ਨਹੀਂ ਆ ਜਾਣਗੀਆਂ ਜਿੱਥੇ ਸਾਡਾ ਵਿਕਾਸ ਰੁਕ ਜਾਏਗਾ। ਉਹਦਾ ਜਗਤ ਅਨੰਤ ਹੈ, ਸਾਡੇ ਵਿਕਾਸ ਦੀ ਸੰਭਾਵਨਾ ਵੀ ਅਨੰਤ ਹੋ ਜਾਂਦੀ ਹੈ। ਅੰਤ ਨਾ ਜਾਪੇ ਪਾਰਾਵਾਰ, ਉਸ ਪ੍ਰਭੂ ਦਾ ਪਾਰਲਾ ਬੰਨਾ ਕਿਹੜਾ ਹੈ? ਕੋਈ ਨਹੀਂ ਜਾਣਦਾ। ਜੇ ਪਾਰਲਾ ਬੰਨਾ ਹੀ ਕੋਈ ਨਹੀਂ ਹੈ ਤੇ ਮੇਰੇ ਵਿਕਾਸ ਕਰਨ ਦੇ ਵਿੱਚ ਕੋਈ ਰੁਕਾਵਟ ਨਹੀਂ ਆਏਗੀ, ਕੋਈ ਸੀਮਾ ਨਹੀਂ ਆਏਗੀ, ਕੋਈ ਗੇਟ ਨਹੀਂ ਆਏਗਾ ਵੀ ਇੱਥੇ ਤੱਕ ਹੀ ਕਰ ਸਕਦਾ ਵਿਕਾਸ। ਜੇ ਉਹਦਾ ਪਾਰਾਵਾਰ ਪਰਲਾ ਬੰਨਾ ਨਹੀਂ ਹੈ ਤੇ ਉਹਦੇ ਨਾਲ ਜੁੜ ਕੇ ਮੈਂ ਵੀ ਆਪਣੇ ਗੁਣਾਂ ਦਾ ਅਨੰਤ ਵਿਕਾਸ ਕਰ ਸਕਦਾ, ਸੱਚ ਨੂੰ ਧਾਰਨ ਕਰ ਸਕਦਾ, ਇਮਾਨਦਾਰੀ ਨੂੰ ਧਾਰਨ ਕਰ ਸਕਦਾ, ਦਇਆ ਦਾ ਵਿਕਾਸ ਕਰਾਂ। ਦਇਆ ਹੀ ਮੁੱਕਣ 'ਚ ਨਹੀਂ ਆਉਂਦੀ। ਦੁਸ਼ਮਣਾਂ ਵਿੱਚੋਂ ਵੀ ਮੈਂ ਰੱਬ ਦੇਖ ਲੈਂਦਾ ਵਾਂ, ਭਾਈ ਕਨਈਆ ਵਾਲੀ ਬਿਰਤੀ ਹੋ ਜਾਂਦੀ ਹੈ। ਉਹਦਾ ਪਾਰਾਵਾਰ ਨਹੀਂ ਹੈ। ਅੰਤ ਕਾਰਨ ਕੇਤੇ ਬਿੱਲਾਹੇ, ਪਰ ਕਈ ਲੋਕ ਉਹਦਾ ਅੰਤ ਪਾਣਾ ਚਾਹੁੰਦੇ ਨੇ, ਫਿਰ ਵਿਲਕਦੇ ਨੇ, ਸਾਨੂੰ ਆਖਰੀ ਬੰਨਾ ਤੇ ਦਿਸ ਜਾਏ ਵੀ ਕਿੱਥੇ ਤੱਕ ਹੈ। ਵਿਲਕਦੇ ਨੇ, ਪਰ ਉਹਦਾ ਅੰਤ ਪਾਇਆ ਨਹੀਂ ਜਾ ਸਕਦਾ। ਤਾਂ ਕਿ ਅੰਤ ਨਾ ਪਾਏ ਜਾਹੇ, ਉਸ ਪ੍ਰਭੂ ਦਾ ਅੰਤ ਪਾਇਆ ਨਹੀਂ ਜਾ ਸਕਦਾ। ਉਹਦਾ ਪਾਰਲਾ ਬੰਨਾ ਨਹੀਂ, ਉਹ ਅਸੀਮ ਹੈ, ਉਹ ਬੇਅੰਤ ਹੈ, ਇਸੇ ਕਰਕੇ ਅੰਤ ਨਹੀਂ ਪਾਇਆ ਜਾ ਸਕਦਾ। ਜੇ ਅੰਤ ਪੈ ਜਾਏ ਫਿਰ ਉਹ ਬੇਅੰਤ ਨਾ ਰਹੇ। ਉਹ ਬੇਅੰਤ ਹੈ ਤਾਂ ਹੀ ਅੰਤ ਨਹੀਂ ਹੈ। ਇਸ ਕਰਕੇ ਅੰਤ ਪਾਉਣ ਦਾ ਕੋਈ ਯਤਨ ਕਰੇ ਤੇ ਉਹ ਨਹੀਂ ਪਾ ਸਕਦਾ ਹੈ। ਇਹ ਅੰਤ ਨਾ ਜਾਣੇ ਕੋਏ, ਕੋਈ ਵੀ ਇਸ ਅੰਤ ਨੂੰ ਜਾਣ ਨਹੀਂ ਸਕਦਾ। ਵਿਕਾਸ ਕਰ ਸਕਦਾ ਹੈ, ਵੱਧ ਸਕਦਾ ਹੈ। ਬੂੰਦ ਸਾਗਰ ਦਾ ਰੂਪ ਹੋ ਸਕਦੀ ਹੈ, ਸਾਗਰ ਦਾ ਅੰਤ ਨਹੀਂ ਪਾ ਸਕਦੀ। ਦਰਿਆ ਸਾਗਰ ਹੋ ਸਕਦਾ ਹੈ, ਪਰ ਸਾਗਰ ਦਾ ਪਾਰਲਾ ਬੰਨਾ ਨਹੀਂ ਜਾ ਸਕਦਾ। ਉਹਦੇ ਵਰਗਾ ਜ਼ਰੂਰ ਹੋ ਸਕਦਾ ਹੈ। ਉਸ ਰੱਬੀ ਗੁਣਾਂ ਨਾਲ ਜੁੜ ਕੇ ਰੱਬ ਵਰਗੇ ਹੋ ਸਕਦੇ ਹਾਂ, ਪਰ ਉਹਦੇ ਗੁਣਾਂ ਦਾ ਅੰਤ ਨਹੀਂ ਹੈ।
ਉਹਦਾ ਪਾਰਲਾ ਬੰਨਾ ਨਹੀਂ ਹੈ, ਕੋਈ ਇਸ ਅੰਤ ਨੂੰ ਜਾਣਦਾ ਨਹੀਂ ਹੈ। ਬਹੁਤਾ ਕਹੀਏ ਬਹੁਤਾ ਹੋਏ, ਤੇ ਜਿੰਨਾ ਹੀ ਕੋਈ ਉਹਦੇ ਅੰਤ ਨੂੰ ਜਾਣਨਾ ਚਾਹੁੰਦਾ ਹੈ, ਜਿੰਨਾ ਉਹਦੇ ਬਾਰੇ ਬਹੁਤਾ ਜਾਣਦਾ ਹੈ, ਉਹ ਉਨਾ ਹੀ ਅੱਗੋਂ ਹੋਰ ਬਹੁਤਾ ਹੋਰ ਹੋ ਜਾਂਦਾ ਹੈ। ਜਿੰਨਾ ਕੋਈ ਰੱਬ ਦੇ ਗੁਣਾਂ ਬਾਰੇ ਜਾਣਦਾ ਹੈ, ਰੱਬ ਦੇ ਗੁਣ ਹੋਰ ਅੱਗੇ ਨਿਕਲ ਆਉਂਦੇ ਨੇ। ਇਹ ਤਾਂ ਇਸ ਤਰ੍ਹਾਂ ਜਿਵੇਂ ਸਭ ਕੁਝ ਵਿੱਚੋਂ ਸਭ ਕੁਝ ਕੱਢ ਦਈਏ ਤਾਂ ਵੀ ਸਭ ਕੁਝ ਰਹਿ ਜਾਂਦਾ ਹੈ, ਬਹੁਤੇ ਵਿੱਚੋਂ ਬਹੁਤਾ ਕੱਢ ਦਈਏ ਤਾਂ ਵੀ ਬਹੁਤਾ ਬਚ ਜਾਂਦਾ ਹੈ। ਬਹੁਤਾ ਕਹੀਏ ਬਹੁਤਾ ਹੋਏ, ਅਗਾਂਹ ਅਗਾਂਹ ਵਿਕਾਸ ਕਿੱਥੇ ਤੱਕ ਪਹੁੰਚਾਂਗੇ। ਕੋਈ ਸਫ਼ਰ ਸ਼ੁਰੂ ਕਰੇ, ਜਿੰਨਾ ਜ਼ਿਆਦਾ ਵਿਕਾਸ ਕਰੇਗਾ ਉਨਾ ਅੱਗੇ ਵੱਧ ਜਾਏਗਾ। ਉਹ ਇੰਨਾ ਵਿਸਤ੍ਰਿਤ ਹੈ, ਇੰਨਾ ਵਿਸਥਾਰਮਈ ਹੈ। ਦੁਨੀਆ ਦਾ ਪ੍ਰਸਿੱਧ ਫਕੀਰ ਕਦੀ ਫਿਲਾਸਫਰ ਸੀ ਸੁਕਰਾਤ। ਇਹਨੇ ਦੁਨੀਆ ਨੂੰ ਜਾਣ ਲਿਆ, ਸੋਚਿਆ ਚਲੋ ਰੱਬ ਰਹਿ ਗਿਆ, ਇਹਨੂੰ ਵੀ ਜਾਣ ਲਵਾਂ। ਇਹ ਕੀ ਹੈ? ਪ੍ਰਭੂ ਤੇ ਪ੍ਰਭੂ ਦੇ ਸੰਸਾਰ ਬਾਰੇ ਜਾਣਨਾ ਚਾਹੁੰਦਾ ਹੈ, ਪ੍ਰਭੂ ਬਾਰੇ ਜਾਣਨਾ ਚਾਹੁੰਦਾ ਹੈ। ਕਈ ਦਿਨ ਮਹੀਨੇ ਸੋਚਦਾ ਰਿਹਾ। ਸਮੁੰਦਰ ਦੇ ਕਿਨਾਰੇ ਸੈਰ ਕਰਦਿਆਂ ਉਹਨੇ ਇੱਕ ਛੋਟਾ ਬੱਚਾ ਦੇਖਿਆ। ਬੱਚਾ ਬੈਠਾ ਰੋ ਰਿਹਾ, ਉਹਦੇ ਹੱਥ 'ਚ ਪਿਆਲਾ ਫੜਿਆ। ਸੁਕਰਾਤ ਆਖਦਾ ਵੀ ਮੇਰੀ ਸਮੱਸਿਆ ਤੇ ਬਹੁਤ ਵੱਡੀ ਹੈ, ਮੈਂ ਰੱਬ ਦਾ ਅੰਤ ਪਾਉਣਾ ਚਾਹੁੰਦਾ। ਤੇਰੀ ਕੀ ਸਮੱਸਿਆ ਹੋ ਸਕਦੀ? ਤੂੰ ਤਾਂ ਛੋਟਾ ਜਿਹਾ ਬੱਚਾ ਹੈ, ਤੇਰੀ ਸਮੱਸਿਆ ਮੈਂ ਹੱਲ ਕਰ ਦਿੰਦਾ ਵਾਂ। ਉਹ ਬੱਚਾ ਆਖਦਾ ਇਸ ਸਮੁੰਦਰ ਨੂੰ ਮੈਂ ਪਿਆਲੇ 'ਚ ਪਾਉਣਾ ਚਾਹੁੰਦਾ ਵਾਂ, ਪੈਂਦਾ ਨਹੀਂ ਹੈ। ਸੁਕਰਾਤ ਹੱਸ ਪਿਆ, ਬੱਚੇ ਸਮੁੰਦਰ ਅਸੀਮ ਹੈ, ਤੇਰਾ ਪਿਆਲਾ ਛੋਟਾ ਹੈ, ਇਹਦੇ ਵਿੱਚ ਸਮੁੰਦਰ ਨਹੀਂ ਸਮਾ ਸਕਦਾ। ਉਹ ਬੱਚਾ ਆਖਦਾ ਅੱਛਾ। ਉਹ ਖੜਾ ਹੋਇਆ, ਉਹਨੇ ਉਸ ਪਿਆਲੇ ਨੂੰ ਸਮੁੰਦਰ 'ਚ ਚੁੱਕ ਕੇ ਮਾਰਿਆ। ਕਹਿਣ ਲੱਗਾ ਕੀ ਹੋਇਆ? ਜੇ ਸਮੁੰਦਰ ਤੇਰੇ ਪਿਆਲੇ 'ਚ ਨਹੀਂ ਸਮਾ ਸਕਦਾ, ਮੇਰਾ ਪਿਆਲਾ ਤੇ ਸਮੁੰਦਰ 'ਚ ਸਮਾ ਸਕਦਾ ਹੈ। ਇੰਨੀ ਗੱਲ ਕਹਿ ਕੇ ਬੱਚਾ ਤੇ ਤੁਰ ਪਿਆ, ਪਰ ਸੁਕਰਾਤ ਨੂੰ ਇੱਕ ਜਵਾਬ ਦੇ ਗਿਆ। ਉਹ ਮਨਾ, ਇਸ ਛੋਟੀ ਜਿਹੀ ਖੋਪੜੀ ਦੇ ਪਿਆਲੇ 'ਚ ਤੂੰ ਰੱਬ ਸਾਗਰ ਨੂੰ ਸਮਾਣਾ ਚਾਹੁੰਦਾ ਹੈ? ਉਹ ਨਹੀਂ ਸਮਾਇਆ ਜਾਏਗਾ। ਹਾਂ, ਤੇਰੀ ਸੋਚ ਰੱਬ 'ਚ ਸਮਾ ਸਕਦੀ ਹੈ। ਰੱਬ ਦੀ ਸੋਚ ਨੂੰ ਤੂੰ ਆਪਣੀ ਸੋਚ 'ਚ ਨਹੀਂ ਲੈ ਕੇ ਆ ਸਕਦਾ। ਉਹ ਕੀ ਕਰ ਰਿਹਾ, ਕਿੰਨਾ ਕਰਨਾ ਚਾਹੁੰਦਾ ਹੈ, ਕਿੰਨਾ ਕੁ ਉਹਦਾ ਪਸਾਰ ਹੈ। ਹਾਂ, ਆਪਣੀ ਸੋਚ ਰੱਬ 'ਚ ਸਮਾ ਸਕਦਾ ਹੈ, ਰੱਬ ਵਰਗਾ ਹੋ ਸਕਦਾ ਹੈ। ਉੱਥੋਂ ਦੀ ਜ਼ਿੰਦਗੀ ਬਦਲ ਗਈ ਸੀ, ਫਕੀਰ ਬਣ ਗਿਆ ਸੀ। ਸੰਭਾਵਨਾ ਹੈ ਬਹੁਤਾ ਕਹੀਏ ਬਹੁਤਾ ਹੋਏ। ਅਸੀਂ ਕਹਿੰਦੇ ਜੀ ਸਾਨੂੰ ਬਾਣੀ ਨਹੀਂ ਯਾਦ ਹੁੰਦੀ। ਮੈਂ ਕਿਸੇ ਨੂੰ ਪੁੱਛ ਲੈਣਾ ਵੀ ਸ਼ਬਦ ਨਹੀਂ ਯਾਦ ਹੋ ਰਿਹਾ, ਇਹਨੂੰ ਪੜ੍ਹਿਆ ਤੁਸੀਂ? ਕਹਿਣ ਲੱਗੇ ਪੜ੍ਹਿਆ ਤੇ ਹੈ ਨਹੀਂ, ਟਾਈਮ ਨਹੀਂ ਮਿਲਿਆ। ਹੁਣ ਜੇ ਪੜ੍ਹਿਆ ਹੀ ਨਹੀਂ ਤਾਂ ਯਾਦ ਕਿਵੇਂ ਹੋਵੇ? ਉਹਨੂੰ 10 ਵਾਰ 20 ਵਾਰ 50 ਵਾਰ ਪੜ੍ਹਨਾ ਪਏਗਾ ਨਾ, ਤਾਂ ਹੀ ਯਾਦ ਹੋਏਗਾ। ਉਹਨੂੰ 10 ਵਾਰ ਲਿਖਣਾ ਪਏਗਾ ਤਾਂ ਯਾਦ ਹੋ ਜਾਏਗਾ। ਲਿਖ ਕੇ ਬੜੀ ਜਲਦੀ ਬਾਣੀ ਯਾਦ ਹੁੰਦੀ ਹੈ, ਕੁਝ ਕਰਨਾ ਤੇ ਪਏਗਾ ਨਾ। ਕੋਈ ਆਦਮੀ ਘਰੋਂ ਤੁਰਿਆ ਦੀਵਾ ਲੈ ਕੇ, ਸਫ਼ਰ ਸੀ ਪਹਾੜ ਦਾ, ਸ਼ਾਮ ਹੋ ਚੁੱਕੀ ਸੀ, ਉਧਰੋਂ ਹਨੇਰਾ ਹੋ ਰਿਹਾ ਤੇ ਦੀਵੇ ਦੀ ਰੋਸ਼ਨੀ ਮਾਤਰ 5 ਫੁੱਟ ਅੱਗੇ ਜਾ ਰਹੀ ਸੀ। ਉਹ ਦੀਵਾ ਲੈ ਕੇ ਚੱਲ ਪਿਆ। ਰਾਤ 20-25 ਮੀਲ ਪਹਾੜੀ ਸਫ਼ਰ ਤੈਅ ਕਰਨਾ। ਥੋੜਾ ਜਿਹਾ ਅੱਗੇ ਗਿਆ, ਇੱਕ ਆਦਮੀ ਰਸਤੇ 'ਚ ਬੈਠਾ ਹੋਇਆ, ਉਹਦੇ ਹੱਥ 'ਚ ਲਾਲਟਨ ਫੜੀ ਹੋਈ ਸੀ ਤੇ ਲਾਲਟਨ ਦੀ ਰੋਸ਼ਨੀ 20 ਫੁੱਟ ਤੱਕ ਪਹੁੰਚ ਰਹੀ ਸੀ। ਉਸ ਆਦਮੀ ਨੇ ਪੁੱਛ ਲਿਆ ਵੀ ਤੂੰ ਇੱਥੇ ਕਿਉਂ ਬੈਠਾ ਹੈ? ਪਹਾੜੀ ਰਸਤਾ ਹੈ, ਰਾਤ ਦਾ ਸਮੇਂ, ਲਾਲਟਨ ਫੜ ਕੇ ਇੱਥੇ ਬੈਠਾ ਹੋਇਆ। ਉਹ ਆਖਦਾ ਮੈਂ ਪਹਾੜ ਦਾ ਸਫ਼ਰ ਕਰਨਾ ਸੀ, 20-25 ਮੀਲ ਸਫ਼ਰ ਹੈ, ਪਰ ਮੇਰੀ ਲਾਲਟਨ ਦੀ ਰੋਸ਼ਨੀ ਜਿਹੜੀ ਹੈ 20 ਫੁੱਟ ਤੋਂ ਅੱਗੇ ਨਹੀਂ ਜਾਂਦੀ, ਮੈਂ ਕੀ ਕਰਾਂ? ਉਹ ਆਦਮੀ ਹੱਸ ਪਿਆ, ਕਹਿਣ ਲੱਗਾ ਮੇਰੇ ਦੀਵੇ ਵੱਲ ਦੇਖ, ਇਹਦੀ ਰੋਸ਼ਨੀ ਸਿਰਫ 5 ਫੁੱਟ ਅੱਗੇ ਜਾ ਰਹੀ ਹੈ ਤੇ ਮੈਂ ਤੁਰ ਪਿਆ ਵਾਂ, ਔਰ ਮੈਨੂੰ ਪਤਾ ਹੈ ਕਿ ਜਿੱਥੇ ਜਿੱਥੇ ਵੀ ਤੁਰਦਾ ਜਾਵਾਂਗਾ ਇਹ ਰੋਸ਼ਨੀ 5 ਫੁੱਟ ਮੇਰੇ ਤੋਂ ਅੱਗੇ ਹੀ ਰਹੇਗੀ ਤੇ ਮੈਂ ਸਾਰੀ ਰਾਤ ਵਿੱਚ ਪਹਾੜ ਦਾ ਸਫ਼ਰ ਪੂਰਾ ਕਰ ਲਵਾਂਗਾ। ਤੇਰੀ ਤੇ ਲਾਲਟਨ ਦੀ ਰੋਸ਼ਨੀ 20 ਫੁੱਟ ਦੂਰ ਤੱਕ ਦਿਖਾ ਰਹੀ ਹੈ, ਮੇਰਾ ਦੀਵਾ ਸਿਰਫ 5 ਫੁੱਟ। ਤੇ ਜੇ ਮੈਂ ਇਹ ਸੋਚ ਕੇ ਬੈਠਾ ਸਿਰਫ 5 ਫੁੱਟ ਹੀ ਰਸਤਾ ਨਜ਼ਰ ਆ ਰਿਹਾ, ਅੱਗੇ ਪਤਾ ਨਹੀਂ ਕੀ ਹੋਏਗਾ, ਮੈਂ ਮੰਜ਼ਿਲ ਤੇ ਨਹੀਂ ਪਹੁੰਚ ਸਕਾਂਗਾ। 5 ਫੁੱਟ ਨਜ਼ਰ ਆ ਰਿਹਾ, ਮੈਂ ਇੰਨਾ ਹੀ ਤੁਰ ਲਵਾਂ, ਮੈਂ ਇੰਨਾ ਤੁਰਦਾ ਵਾਂ, ਰੋਸ਼ਨੀ 5 ਫੁੱਟ ਹੋਰ ਅੱਗੇ ਚਲੀ ਜਾਂਦੀ ਹੈ। ਯਾਦ ਰੱਖਿਓ, ਸੰਭਾਵਨਾ ਹੈ ਬਹੁਤਾ ਕਹੀਏ ਬਹੁਤਾ ਹੋਏ। ਜਦੋਂ ਤੁਸੀਂ ਇੱਕ ਚੀਜ਼ ਯਾਦ ਕਰਦੇ ਹੋ, ਦਿਮਾਗ ਦੇ ਵਿੱਚ 10 ਗੁਣਾ ਯਾਦ ਕਰਨ ਦੀ ਸਮਰੱਥਾ ਹੋਰ ਵੱਧ ਜਾਂਦੀ ਹੈ। ਇੱਕ ਚੀਜ਼ ਯਾਦ ਕਰਦੇ ਹੋ, 10 ਚੀਜ਼ਾਂ ਯਾਦ ਕਰਨ ਦੀ ਸਮਰੱਥਾ ਵੱਧ ਜਾਂਦੀ ਹੈ। ਕਰਕੇ ਤੇ ਦੇਖੋ, ਇੱਕ ਕੰਮ ਉਦਮ ਨਾਲ ਕਰਕੇ ਦੇਖੋ, ਸਾਡੀ ਸਰੀਰ ਦੀ એનર્ਜੀ 10 ਕੰਮ ਕਰਨ ਦੀ ਹੋਰ ਸਮਰੱਥਾ ਵਧਾ ਦਿੰਦੀ ਹੈ। ਇੱਕ ਕਦਮ ਸੱਚ ਵਾਲੇ ਪਾਸੇ ਤੁਰ ਕੇ ਦੇਖੋ, ਸੱਚਾਈ ਦੇ 10 ਗੁਣਾ ਹੋਰ ਵਧਣ ਦੀ ਸੰਭਾਵਨਾ ਵੱਧ ਜਾਂਦੀ, ਸਮਰੱਥਾ ਹੋ ਜਾਂਦੀ ਹੈ। ਅੱਜ ਮਿੱਠਾ ਬੋਲ ਕੇ ਦੇਖੋ, ਸਾਰਾ ਦਿਨ 10 ਗੁਣਾ ਮਿਠਾਸ ਹੋਰ ਸਾਡੇ ਅੰਦਰ ਸਮਰੱਥਾ ਵਧਾ ਦੇਗੀ। ਬਹੁਤਾ ਕਹੀਏ ਬਹੁਤਾ ਹੋਏ। ਇਹ ਇੰਨਾ ਪਸਾਰਾ ਹੈ ਜਿਹਦੀ ਸੀਮਾ ਨਹੀਂ ਹੈ, ਸਿਰਫ ਸਾਡੇ ਉਦਮ ਦੀ ਲੋੜ ਹੈ। ਕੁਝ ਕਰੀਏ ਤੇ ਸਹੀ। ਅਸੀਂ ਕਹਿੰਦੇ ਜੀ ਕੀ ਕਰੀਏ, ਹੁਣ ਤੇ ਬਜ਼ੁਰਗ ਹੋ ਗਏ ਹਾਂ, ਉਮਰ ਲੰਘ ਗਈ, ਹੁਣ ਕੀ ਕਰੀਏ, ਹੁਣ ਕਿਹੜਾ ਵਿਕਾਸ ਕਰੀਏ, ਹੁਣ ਅਸੀਂ ਕਿਹੜੀ ਨਵੀਂ ਚੀਜ਼ ਕਿਉਂ ਨਹੀਂ ਕਰ ਸਕਦੇ?
ਅਜੇ ਵੀ ਜ਼ਿੰਦਗੀ ਦੇ ਤਜਰਬੇ ਅਸੀਂ ਲਿਖ ਸਕਦੇ ਹਾਂ। 80 ਸਾਲ ਉਮਰ ਹੋ ਗਈ, ਮੈਂ ਜ਼ਿੰਦਗੀ ਦੇ ਤਜਰਬੇ ਲਿਖ ਕੇ ਬੱਚਿਆਂ ਨੂੰ ਦੇ ਸਕਦਾ ਵਾਂ ਕਿ ਇਸ ਤਰ੍ਹਾਂ ਮੈਂ ਗਲਤੀਆਂ ਕੀਤੀਆਂ, ਤੁਸੀਂ ਨਾ ਦੁਹਰਾਇਓ, ਤੁਸੀਂ ਜ਼ਿੰਦਗੀ ਸੋਹਣੀ ਬਣਾ ਲਿਓ। ਮੈਂ ਕਵਿਤਾ ਲਿਖ ਸਕਦਾ, ਕਹਾਣੀ ਲਿਖ ਸਕਦਾ, ਜ਼ਿੰਦਗੀ ਦੇ ਤਜਰਬੇ ਲਿਖ ਸਕਦਾ, ਜਾਂ ਕੋਈ ਵੀ ਮਨੁੱਖ ਗਾਰਡਨਿੰਗ ਕਰ ਸਕਦਾ ਹੈ, ਪੇਂਟਿੰਗ ਕਰ ਸਕਦਾ ਹੈ। ਹੋਰ ਨਹੀਂ, ਸਫਾਈ ਕਰ ਲਓ। ਅੱਜ ਜਿੰਨੀ ਸਫਾਈ ਕਰੋਗੇ ਕੱਲ੍ਹ ਨੂੰ ਹੋਰ ਜ਼ਿਆਦਾ ਕਰੋ, ਉਸ ਤੋਂ ਤੀਜੇ ਦਿਨ ਹੋਰ ਜ਼ਿਆਦਾ। ਕੋਈ ਸਬਜ਼ੀ ਬਣਾ ਰਿਹਾ ਹੈ, ਅੱਜ ਵਧੀਆ ਸਬਜ਼ੀ ਬਣਾਏ, ਕੱਲ੍ਹ ਨੂੰ ਹੋਰ ਜ਼ਿਆਦਾ ਵਧੀਆ ਬਣਾਏ, ਪਰਸੋਂ ਹੋਰ ਉੱਦਮ ਕਰੇ ਮੈਂ ਇਸ ਤੋਂ ਵੀ ਜ਼ਿਆਦਾ ਵਧੀਆ ਸਬਜ਼ੀ ਬਣਾਉਣੀ ਹੈ। 5 ਸਟਾਰ ਹੋਟਲ ਦੀ ਸਬਜ਼ੀ ਨੂੰ ਮਾਤ ਪਾਣਾ ਹੈ। ਕੁਝ ਕਰੋ ਤੇ ਸਹੀ, ਵਿਕਾਸ ਕਰੋ ਕਿ ਮੈਂ ਬੱਚਿਆਂ ਨੂੰ ਪੰਜਾਬੀ ਪੜ੍ਹਾਉਣੀ ਹੈ। ਮੈਨੂੰ ਪੰਜਾਬੀ ਆਉਂਦੀ, ਮੈਂ ਕੁਝ ਨਹੀਂ ਕਰ ਸਕਦਾ, ਪਰ ਬੱਚਿਆਂ ਨੂੰ ਪੰਜਾਬੀ ਤੇ ਸਿਖਾ ਸਕਦਾ। ਆਪਣੇ ਪੁੱਤਰ ਪੋਤਰਿਆਂ ਦੋਤਰਿਆਂ ਨੂੰ ਪੰਜਾਬੀ ਸਿਖਾਵਾਂਗਾ। ਜੇ ਉਹ ਕਹਿਣਾ ਨਹੀਂ ਮੰਨਦੇ, ਜੇ ਕਹਿਣਾ ਨਹੀਂ ਮੰਨਦੇ, ਮੈਂ ਇਹੋ ਜਿਹੀ ਇੱਕ ਲਿਆਕਤ ਪੈਦਾ ਕਰਾਂਗਾ, ਬੱਚੇ ਮੇਰਾ ਕਹਿਣਾ ਮੰਨਣਗੇ। ਮੈਂ ਇੱਕ ਨਵੀਂ ਟੈਕਨੀਕ ਦੇ ਨਾਲ, ਇੱਕ ਨਵੇਂ ਤਰੀਕੇ ਨਾਲ ਪੰਜਾਬੀ ਸਿਖਾਵਾਂਗਾ। ਆਪਣੇ ਅੰਦਰ ਰੋਚਕਤਾ ਪੈਦਾ ਕਰਾਂਗਾ, ਆਪਣਾ ਸੁਭਾਅ ਇਹੋ ਜਿਹਾ ਕਰਾਂਗਾ ਕਿ ਮੇਰੇ ਬੱਚੇ ਪੰਜਾਬੀ ਸਿੱਖ ਜਾਣ। ਮੈਂ ਇੱਕ ਨਵੀਂ ਰੀਤ ਚਲਾਵਾਂਗਾ। ਮੇਰੇ ਸਾਹਮਣੇ ਚੈਲੰਜ ਹੈ ਕਿ ਬੱਚਿਆਂ ਨੂੰ ਪਿਆਰ ਨਾਲ ਪੰਜਾਬੀ ਸਿਖਾਉਣੀ। ਉਸ ਚੈਲੰਜ ਨੂੰ ਸਵੀਕਾਰ ਕਰਾਂਗਾ ਔਰ ਪਿਆਰ ਦੇ ਨਾਲ ਆਪਣਾ ਸੁਭਾਅ ਬਦਲਾਂਗਾ ਅਤੇ ਬੱਚਿਆਂ ਨੂੰ ਪਿਆਰ ਨਾਲ ਪੰਜਾਬੀ ਸਿਖਾਵਾਂਗਾ। ਕੁਝ ਕਰੋ ਤੇ ਸਹੀ। ਬਹੁਤਾ ਕਹੀਏ ਬਹੁਤਾ ਹੋਏ, ਜਿੰਨਾ ਅਸੀਂ ਕਰਦੇ ਹਾਂ ਉਨੀ ਅੱਗੋਂ ਹੋਰ ਸੰਭਾਵਨਾ ਹੈ। ਵੱਡਾ ਸਾਹਿਬ ਉੱਚਾ ਥਾਉ, ਉਹ ਸਾਹਿਬ ਬੜਾ ਵੱਡਾ ਹੈ, ਉਹਦੀ ਥਾਂ ਬੜੀ ਉੱਚੀ ਹੈ, ਭਾਵ ਉਹਦੀ ਸੋਚ ਬੜੀ ਉੱਚੀ ਹੈ। ਉਹ ਸਾਹਿਬ ਮੈਨੇ ਮਾਲਕ ਵੱਡਾ ਹੈ, ਅਤੇ ਵੱਡੇ ਮਾਲਕ ਦੇ ਕੰਮ ਵੱਡੇ ਮਾਲਕਾਂ ਵਾਲੇ ਹੀ ਹੁੰਦੇ ਨੇ। ਜਿਸ ਦਿਨ ਉਸ ਮਾਲਕ ਵਰਗੇ ਅਸੀਂ ਹੋ ਜਾਵਾਂਗੇ, ਅਸੀਂ ਵੀ ਮਾਲਕ ਬਣ ਜਾਵਾਂਗੇ। ਸਾਨੂੰ ਵੀ ਪਤਾ ਹੋਏਗਾ ਕਿ ਅਸੀਂ ਕਰਨਾ ਕੀ ਹੈ। ਅਸੀਂ ਮਨ ਦੇ ਦਾਸ ਬਣੇ ਹਾਂ। ਜਿਸ ਦਿਨ ਅਸੀਂ ਮਨ ਦੇ ਮਾਲਕ ਬਣਾਂਗੇ, ਮਨ ਤੋਂ ਕੰਮ ਲੈਣਾ ਆ ਜਾਏਗਾ। ਮਨ ਮਾਲਕ ਬਣ ਜਾਏ ਬੜਾ ਖਤਰਨਾਕ ਹੈ। ਨੌਕਰ ਬਣ ਜਾਏ ਤੇ ਇਹਦੇ ਵਰਗਾ ਸਿਆਣਾ ਕੋਈ ਨਹੀਂ, ਜੋ ਕੋ ਫਟਾਫਟ ਕਰ ਲੈਂਦਾ ਹੈ। ਇਹਨੂੰ ਕਹਿ ਕੇ ਦੇਖੋ ਮਨ ਨੂੰ, ਫਲਾਣੇ ਆਦਮੀ 'ਚੋਂ ਗਲਤੀਆਂ ਕੱਢ, 1000 ਗਲਤੀਆਂ ਢੇਰ ਤੁਹਾਡੇ ਸਾਹਮਣੇ ਲਾ ਦੇਗਾ। ਇਹਦੀ ਬੋਲਬਾਣੀ ਠੀਕ ਨਹੀਂ ਹੈ, ਇਹਦੇ ਕੱਪੜੇ ਠੀਕ ਨਹੀਂ ਹੈ, ਇਹ ਇਸ ਤਰ੍ਹਾਂ ਕਰਦਾ ਹੈ। ਉਹਨੂੰ ਕਹੋ ਵੀ ਇਹਦੇ ਵਿੱਚੋਂ ਸਿਫਤ ਦੱਸ, ਉਹ ਸਿਫਤਾਂ ਦੇ ਪੁੱਲ ਬਣ ਦੇਗਾ। ਬੜੀ ਮਿੱਠੀ ਜ਼ੁਬਾਨ ਹੈ, ਬੜਾ ਪਿਆਰਾ ਸੁਭਾਅ ਹੈ, ਬੜਾ ਮਦਦਗਾਰ ਹੈ ਇਹ। ਉਹਨੂੰ ਕਹੋ ਵੀ ਮੈਂ ਸਫਲ ਹੋਣਾ, ਮੈਨੂੰ 10 ਤਰੀਕੇ। ਜੇ ਮਨ ਨੌਕਰ ਹੋਏਗਾ, ਸਫਲਤਾ ਦੇ ਢੇਰ ਲਾ ਦੇਗਾ। ਦੇਖੋ ਛੋਟਾ ਜਿਹਾ ਗਰੀਬ ਜਿਹਾ ਆਦਮੀ ਚਪੜਾਸੀ ਸੀ ਕਦੀ ਬੈਂਕ ਦੇ ਵਿੱਚ, ਉਹਨੇ ਪੜ੍ਹਾਈ ਲਿਖਾਈ ਕੀਤੀ, ਅੱਜ ਉਸੇ ਬੈਂਕ 'ਚ ਮੈਨੇਜਰ ਬਣ ਗਿਆ, ਅੱਜ ਤਰੱਕੀ ਕਰ ਲਈ। ਤੂੰ ਨਹੀਂ ਕਰ ਸਕਦਾ? ਸਾਹਿਬ ਬਣੋ, ਆਪਣੇ ਮਨ ਦੇ ਸਾਹਿਬ ਬਣੋ ਔਰ ਇਹਦੇ 'ਤੇ ਹੁਕਮ ਚਲਾਓ। ਇਹ ਮਨ ਬਹੁਤ ਕੁਝ ਕਰ ਸਕਦਾ ਹੈ। ਵੱਡਾ ਸਾਹਿਬ, ਉੱਚਾ ਥਾਂ ਉੱਚੀ ਸੋਚ ਉੱਚੀ ਹੋਵੇ। ਰੱਬ ਦੀ ਸੋਚ ਬੜੀ ਉੱਚੀ ਹੈ। ਸਾਡੀ ਸੋਚ ਇੰਨੀ ਨੀਵੀਂ ਹੈ, ਜੇ ਮੇਰਾ ਰਿਸ਼ਤੇਦਾਰ ਮੈਨੂੰ ਨਹੀਂ ਬੁਲਾਉਂਦਾ, ਮੈਂ ਕਿਉਂ ਉਹਨੂੰ ਬੁਲਾਵਾਂ? ਉਹਨੇ ਫੋਨ ਨਹੀਂ ਕੀਤਾ, ਮੈਂ ਉਹਨੂੰ ਫੋਨ ਕਿਉਂ ਕਰਾਂ? ਨਹੀਂ, ਮੈਂ ਫੋਨ ਕਰ ਲਵਾਂ। ਯਾਦ ਰੱਖਿਓ, ਲੋਕ ਰਿਸ਼ਤਿਆਂ 'ਚ ਜੰਗ ਕਰਦੇ ਨੇ, ਜੰਗ ਜਿੱਤ ਜਾਂਦੇ ਨੇ, ਪਰ ਰਿਸ਼ਤੇ ਹਾਰ ਜਾਂਦੇ ਨੇ। ਰਿਸ਼ਤਿਆਂ ਦੇ ਵਿੱਚ ਤੁਸੀਂ ਜੰਗ ਹਾਰ ਜਾਓ, ਰਿਸ਼ਤੇ ਜਿੱਤ ਜਾਓਗੇ। ਤੁਹਾਨੂੰ ਕੋਈ ਨਹੀਂ ਬੁਲਾ ਰਿਹਾ, ਤੁਸੀਂ ਆਪ ਫੋਨ ਕਰਕੇ ਬੁਲਾ ਲਓ। ਤੁਸੀਂ ਗਲਤੀ ਕੀਤੀ, ਆਪ ਮੁਆਫੀ ਮੰਗ ਲਓ। ਉਹਨੇ ਗਲਤੀ ਕੀਤੀ ਤਾਂ ਵੀ ਮੰਗ ਲਓ, ਕਿਉਂਕਿ ਰਿਸ਼ਤਿਆਂ ਦੇ ਵਿੱਚ ਵੱਡਾ ਛੋਟਾ ਨਹੀਂ ਹੁੰਦਾ, ਜਿੱਤ ਹਾਰ ਨਹੀਂ ਹੁੰਦੀ, ਮਿਲਾਪ ਮਿਲਵਰਤਨ ਹੁੰਦਾ ਹੈ। ਉੱਚਾ ਥਾਂ ਮੈਨੇ ਸੋਚ ਉੱਚੀ ਰੱਬ ਵਰਗੀ ਹੋਵੇ। ਰੱਬ ਦੀ ਸੋਚ ਬੜੀ ਉੱਚੀ ਹੈ, ਉਹਦੇ ਵਰਗਾ ਬਣਨਾ, ਸੋਚ ਉੱਚੀ ਚਾਹੀਦੀ ਹੈ। ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਉ। ਉਹ ਉੱਚੇ ਤੋਂ ਉੱਚਾ ਹੈ, ਉਹਦਾ ਨਾਮਣਾ ਬੜਾ ਉੱਚਾ ਹੈ, ਉਹਦਾ ਨਿਆਂ ਬੜਾ ਉੱਚਾ ਹੈ। ਉਹਦੇ ਨਿਆਂ ਨੂੰ ਟਾਲ ਕੋਈ ਨਹੀਂ ਸਕਦਾ। ਉਹਦੇ ਨੀਵਾਂ 'ਚ ਸਾਰਾ ਜਗਤ ਚੱਲਦਾ ਹੈ। ਏਵਡ ਉੱਚਾ ਹੋਵੇ ਕੋਈ ਇੰਨਾ ਉੱਚਾ ਹੋ ਜਾਏ, 4 ਮੰਜ਼ਿਲਾ ਬਿਲਡਿੰਗ ਹੋਵੇ ਤੇ ਮੈਂ ਜ਼ਮੀਨ 'ਤੇ ਖੜਾ ਹੋਵਾਂ, 4ਥੀ ਮੰਜ਼ਿਲ ਦੀ ਛੱਤ ਨਹੀਂ ਦੇਖ ਸਕਦਾ। ਮੈਨੂੰ ਉਸ ਛੱਤ ਦੇ ਮੁਕਾਬਲੇ ਖੜਾ ਹੋਣਾ ਪਏਗਾ ਤਾਂ ਦੇਖ ਸਕਦਾ। ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਉ। ਏਵਡ ਉੱਚਾ ਹੋਵੇ ਕੋਈ, ਤਿਸ ਉੱਚੇ ਕੋ ਜਾਣੈ ਸੋਏ। ਜਦੋਂ ਕੋਈ ਇੰਨਾ ਉੱਚਾ ਹੋਏਗਾ ਤਾਂ ਇੰਨੇ ਉੱਚੇ ਨੂੰ ਜਾਣ ਸਕੇਗਾ। ਭਾਵ ਜਿਹਦੇ ਅੰਦਰ ਰੱਬ ਵਾਲੇ ਗੁਣ ਆ ਜਾਣਗੇ, ਉਹ ਰੱਬ ਤੱਕ ਪਹੁੰਚੇਗਾ। ਜੇਵਡ ਆਪ ਜਾਣੇ ਆਪ। ਜਿੰਨਾ ਵੱਡਾ ਉਹ ਪ੍ਰਭੂ ਆਪ ਹੈ, ਆਪਣੇ ਬਾਰੇ ਆਪ ਜਾਣਦਾ ਹੈ, ਉਹ ਕਿੰਨਾ ਉੱਚਾ ਹੈ। ਹਾਂ, ਜਿੱਥੇ ਤੱਕ ਮੇਰੀ ਪਹੁੰਚ ਹੁੰਦੀ ਉਹਦੇ ਗੁਣਾਂ ਦੀ, ਉਹਨੇ ਕੁ ਮੈਂ ਧਾਰ ਸਕਦਾ ਵਾਂ। ਸੱਚਾਈ ਤੱਕ, ਦਇਆ ਤੱਕ ਪਹੁੰਚ ਹੁੰਦੀ ਹੈ, ਮੈਂ ਧਾਰਨ ਕਰ ਸਕਦਾ ਹਾਂ। ਪਰ ਉਹਦੇ ਗੁਣਾਂ ਦਾ ਅੰਤ ਨਹੀਂ, ਉਹਦੇ ਗੁਣਾਂ ਦੀ ਸੀਮਾ ਨਹੀਂ, ਉਹਦੇ ਗੁਣਾਂ ਦੀ ਉਚਾਈ ਕੋਈ ਨਹੀਂ ਦੱਸ ਸਕਦਾ। ਜਿੰਨਾ ਵੱਡਾ ਉਹ ਆਪ ਹੈ, ਉਹ ਸਿਰਫ ਆਪ ਹੀ ਜਾਣਦਾ ਹੈ ਕਿੰਨਾ ਵੱਡਾ ਹੈ। ਜੇਵਡ ਆਪ ਜਾਣੇ ਆਪ। ਨਾਨਕ ਨਦਰੀ ਕਰਮੀ ਦਾਤ। ਨਾਨਕ ਤੇ ਰੁਕਣਾ ਸੰਬੋਧਨ ਹੈ। ਹੇ ਨਾਨਕ, ਨਦਰੀ
ਕਰਮੀ ਦਾਤ। ਮਾਲਕ ਦੀ ਨਦਰ ਦੇ ਪਾਤਰ ਕਿਵੇਂ ਬਣੀਦਾ? ਕਰਮੀ ਦਾਤ। ਜਦੋਂ ਅਸੀਂ ਕਰਮ ਕਰਦੇ ਹਾਂ, ਸ਼ੁਭ ਕਰਮ ਕਰਕੇ ਉਹਦੀ ਨਦਰ ਦੇ ਪਾਤਰ ਹੋ ਜਾਂਦੇ ਹਾਂ। ਜਿਹੜਾ ਬੱਚਾ ਸਕੂਲ 'ਚ ਪੜ੍ਹਾਈ ਕਰਦਾ ਹੈ, ਟੀਚਰਾਂ ਦਾ ਕਹਿਣਾ ਮੰਨਦਾ ਹੈ, ਡਿਸਿਪਲਿਨ ਵਿੱਚ ਰਹਿੰਦਾ ਹੈ, ਪੇਪਰ ਦੇ ਕੇ ਜਦੋਂ ਪਾਸ ਹੁੰਦਾ ਹੈ, ਉਹ ਆਪਣੇ ਟੀਚਰਾਂ ਦੀਆਂ ਨਜ਼ਰਾਂ ਦਾ ਪਾਤਰ ਬਣ ਜਾਂਦਾ ਹੈ, ਉਹਨਾਂ ਦੀ ਖੁਸ਼ੀ ਦਾ ਪਾਤਰ ਹੋ ਜਾਂਦਾ ਹੈ। ਜਿਸ ਦਿਨ ਮੈਂ ਸ਼ੁਭ ਕਰਮ ਕਰਾਂਗਾ, ਕਰਮਾਂ ਕਰਕੇ ਜਦੋਂ ਸ਼ੁਭ ਗੁਣਾਂ ਦੀ ਦਾਤ ਮਿਲੇਗੀ, ਉੱਦਮ ਕਰਕੇ ਉਹਨਾਂ ਗੁਣਾਂ ਨੂੰ ਧਾਰਨ ਕਰਾਂਗਾ, ਦਾਤ ਦਾ ਮਾਲਕ ਹੋਵਾਂਗਾ, ਉਦੋਂ ਮਾਲਕ ਦੀ ਨਜ਼ਰ ਦਾ ਪਾਤਰ ਹੋ ਜਾਵਾਂਗਾ। ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੇ। ਇਹ ਕਰਮਾਤ ਹੈ। ਇੱਕ ਤੇ ਹੁੰਦਾ ਤਨਖਾਹ ਮਿਲਣੀ, ਜਿੰਨਾ ਕੰਮ ਕੀਤਾ ਮਿਲ ਗਈ। ਜਦੋਂ ਕੰਮ ਜ਼ਿਆਦਾ ਵਧੀਆ ਦਿਖਾਇਆ, ਫਿਰ ਮਾਲਕ ਇਨਾਮ ਦੇ ਦਿੰਦਾ ਹੈ। ਜਦੋਂ ਬੱਚਾ ਜ਼ਿਆਦਾ ਵਧੀਆ ਪੜ੍ਹਦਾ ਹੈ, ਡਿਸਿਪਲਿਨ ਵਿੱਚ ਰਹਿੰਦਾ ਹੈ, ਉਹਨੂੰ ਪ੍ਰਸ਼ੰਸਾ ਤੇ ਮਿਲਦੀ, ਨਾਲ ਵਜੀਫਾ ਵੀ ਮਿਲ ਜਾਂਦਾ ਹੈ। ਇਹ ਹੈ ਨਦਰ। ਜਦੋਂ ਮੈਂ ਸ਼ੁਭ ਗੁਣਾਂ ਨੂੰ ਉੱਦਮ ਕਰਕੇ, ਕਰਮ ਕਰਕੇ ਧਾਰ ਲੈਣਾ ਵਾਂ, ਇਹ ਸ਼ੁਭ ਗੁਣਾਂ ਦੀ ਦਾਤ ਮੈਨੂੰ ਮਾਲਕ ਦੀ ਨਦਰ ਦਾ ਪਾਤਰ ਬਣਾ ਦਿੰਦੀ ਹੈ। ਨਾਨਕ ਨਦਰੀ ਕਰਮੀ ਦਾਤ। ਹਾਲਾਂਕਿ ਬਹੁਤਿਆਂ ਨੇ ਇੱਥੇ ਕਰਮ ਦਾ ਅਰਥ ਕਿਰਪਾ ਕੀਤਾ, ਪਰ ਕਰਮਾਂ ਕਰਕੇ ਹੀ ਉੱਦਮ ਜਦੋਂ ਅਸੀਂ ਕਰਕੇ ਕਰਮ ਕਰਦੇ ਹਾਂ, ਉਹਨਾਂ ਕਰਕੇ ਜਿਹੜੀ ਦਾਤ ਮਿਲਦੀ ਹੈ ਉਹ ਹੈ ਮਾਲਕ ਦੀ ਨਦਰ। ਅਸੀਂ ਉਹਦੀ ਨਦਰ ਦੇ ਪਾਤਰ ਹੋ ਜਾਂਦੇ ਹਾਂ। ਹੋਈਆਂ ਭੁੱਲਾਂ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।